ਕੋਠੀ ਮਾਮਲਾ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ਦੇ ਵਿੱਚ ਸੀ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਦੇ ਉੱਪਰ ਇਲਜ਼ਾਮ ਲੱਗੇ ਸੀ। ਉਸ ਮਾਮਲੇ ਦੇ ਵਿੱਚ NRI ਪਰਿਵਾਰ ਨੂੰ ਇੱਕ ਵੱਡੀ ਰਾਹਤ ਮਿਲੀ ਹੈ। ਇਹ ਰਾਹਤ CM ਸਾਹਿਬ ਦੇ ਦਖਲ ਤੋਂ ਬਾਅਦ ਮਿਲੀ ਹੈ। ਕਿਸ ਤਰ੍ਹਾਂ ਦੀ ਰਾਹਤ ਮਿਲੀ ਹੈ, ਕਿਸ ਰਾਹਤ ਤੋਂ ਬਾਅਦ ਹੁਣ ਇਹ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਏਗਾ, ਜਾਂ ਫਿਰ ਪੀੜਤ ਪਰਿਵਾਰ ਜਿਨ੍ਹਾਂ ਲੋਕਾਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋਇਆ ਸੀ ਉਹਨਾਂ ਦੇ ਉੱਪਰ ਵੀ ਕੋਈ ਕਾਰਵਾਈ ਹੋਏਗੀ। ਗੱਲਬਾਤ ਇਸ ਤੇ ਕਰਾਂਗੇ। ਗੱਲਬਾਤ ਕਰਾਂਗੇ ਇਸ ਇੱਕ ਲਿਸਟ ਦੀ, ਜਿਸ ਲਿਸਟ ਤੋਂ ਬਾਅਦ ਪੰਜਾਬ ਸਰਕਾਰ ਦੀ ਕਾਰਜਸ਼ੈਲੀ ਦੇ ਉੱਪਰ ਸਵਾਲੀਆ ਨਿਸ਼ਾਨ ਲੱਗਣੇ ਸ਼ੁਰੂ ਹੋਏ ਨੇ ਕਿ ਆਖਰ ਅਤੀ ਸੀਕ੍ਰੇਟ ਫਾਈਲਾਂ, ਅਤੀ ਸੀਕ੍ਰੇਟ ਲਿਸਟਾਂ ਬਾਹਰ ਪਬਲਿਕ ਡੋਮੇਨ ਦੇ ਵਿੱਚ ਕਿਵੇਂ ਆ ਜਾਂਦੀਆਂ ਨੇ। ਕਿਹੜੀ ਲਿਸਟ ਹੁਣ ਲੀਕ ਹੋਈ ਹੈ ਉਸ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਪੰਜਾਬ ਦੀਆਂ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਉੱਠੀ ਇੱਕ ਨਵੀਂ ਚਰਚਾ ਦੀ, ਜਿਸ ਦੇ ਕਾਰਨ ਹੁਣ ਮਾਨ ਸਰਕਾਰ ਦੇ ਉੱਪਰ ਵੱਡੇ ਸਵਾਲ ਉੱਠੇ ਨੇ ਕਿ ਸੱਚਮੁੱਚ ਪੰਜਾਬ ਸੁਰੱਖਿਅਤ ਹੱਥਾਂ ਦੇ ਵਿੱਚ ਹੈ, ਕਿੰਨਾ ਕਾਰਨਾਂ ਕਰਕੇ ਇਹ ਚਰਚਾਵਾਂ ਹੋਣ ਲੱਗੀਆਂ ਨੇ। ਗੱਲਬਾਤ ਉਸ 'ਤੇ ਵੀ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਇੱਕ ਵਫਦ ਦੀ, ਜਿਹੜਾ ਵਫਦ ਅੱਜ ਰਾਜਪਾਲ ਸਾਹਿਬ ਨੂੰ ਮਿਲਣ ਜਾ ਰਿਹਾ ਹੈ। ਕਿਹੜਾ ਵਫਦ ਇਹ ਮਿਲੇਗਾ, ਕਿਸ ਮਾਮਲੇ ਨੂੰ ਲੈ ਕੇ ਮਿਲੇਗਾ, ਕਿ ਇਸ ਵਫਦ ਦੇ ਜੋ ਮੰਗਾਂ ਨੇ ਉਹਨਾਂ ਨੂੰ ਰਾਜਪਾਲ ਮੰਗਣਗੇ ਜਾਂ ਫਿਰ ਨਹੀਂ। ਗੱਲਬਾਤ ਇਸ 'ਤੇ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ, ਸਾਰੇ ਸਤਿ ਸ਼੍ਰੀ ਅਕਾਲ। ਅਣਖੀ ਜੀ, ਪਿਛਲੇ ਕੁਝ ਦਿਨਾਂ ਤੋਂ ਇੱਕ ਕੋਠੀ ਚਰਚਾ ਦੇ ਵਿੱਚ ਹੈ, ਪਬਲਿਕ ਡੋਮੇਨ ਦੇ ਵਿੱਚ ਬਹੁਤ ਚਰਚਾ ਸੀ। ਜਗਰਾਵਾਂ ਵਾਲੀ ਉਹ ਕੋਠੀ ਜਿਹੜੀ ਕਿ MLA ਆਮ ਆਦਮੀ ਪਾਰਟੀ ਦੇ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਕੋਲੇ ਕਿਰਾਏ ਦੇ ਉੱਪਰ ਸੀ। ਉਸ ਕੋਠੀ ਨੂੰ ਲੈ ਕੇ ਬੜਾ ਹੱਲਾ ਗੁੱਲਾ ਸੀ, ਇਲਜ਼ਾਮ ਲੱਗੇ ਸੀ ਕੋਠੀ ਦੱਬਣ ਨੂੰ। ਪਹਿਲਾਂ ਵਿਧਾਇਕਾ ਸਾਹਿਬ ਤੇ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਵੀ ਮੈਂ ਤਾਂ ਕਿਰਾਏ ਤੇ ਲੈਤੀ ਹੈ। ਉਸ ਤੋਂ ਬਾਅਦ ਕਰਮ ਸਿੰਘ ਸਿੱਧੂ ਨਾਮ ਦਾ ਵਿਅਕਤੀ ਸਾਹਮਣੇ ਆਉਂਦਾ ਹੈ, ਕੋਠੀ ਦਾ ਮਾਲਕ ਬਣਦਾ ਹੈ। ਲੇਕਿਨ ਉਸ ਤੋਂ ਬਾਅਦ ਇਸ ਮਾਮਲੇ 'ਚ FIR ਹੁੰਦੀ ਹੈ, ਅਸ਼ੋਕ ਕੁਮਾਰ ਨੂੰ ਕਰਤਾ ਧਰਤਾ ਬਣਾ ਦਿੱਤਾ ਜਾਂਦਾ ਸਾਰੇ ਮਾਮਲੇ ਦਾ। ਤੇ ਹੁਣ ਪੀੜਤ ਪਰਿਵਾਰ ਨੂੰ ਵੱਡੀ ਰਾਹਤ ਵੀ CM ਸਾਹਿਬ ਦੇ ਦਖਲ ਤੋਂ ਬਾਅਦ ਕੱਲ ਸ਼ਾਮੀ ਕੋਠੀ ਦੀਆਂ ਚਾਬੀਆਂ ਪੀੜਤ ਪਰਿਵਾਰ NRI ਪਰਿਵਾਰ ਨੂੰ ਮਿਲ ਗਈਆਂ ਨੇ। ਇੱਕ ਪਾਸੇ ਦੇਖੀਏ ਮਾਮਲਾ ਜਿਸ ਤਰੀਕੇ ਨਾਲ ਕਿਹਾ ਜਾਂਦਾ ਕਿ ਮਾਮਲਾ ਖਤਮ ਹੋ ਗਿਆ, ਕਿ ਇਹ ਸੱਚਮੁੱਚ ਮਾਮਲਾ ਖਤਮ ਹੋ ਗਿਆ ਜਾਂ ਅਸਲ ਸ਼ੁਰੂਆਤ ਇਸ ਮਾਮਲੇ ਦੀ ਹੁਣ ਹੋਈ ਹੈ ਕਿ ਆਖਰ ਇੰਨਾ ਵੱਡਾ ਬਲੰਡਰ ਜੋ NRI ਪਰਿਵਾਰ ਦੇ ਨਾਲ ਹੋਇਆਗਾ। ਉਹ NRI ਪਰਿਵਾਰ ਜਿਹੜੇ NRI ਪਰਿਵਾਰ ਰੀੜ ਮੰਨੇ ਜਾਂਦੇ ਨੇ ਆਮ ਆਦਮੀ ਪਾਰਟੀ ਦੀ, ਕਿ ਉਹਨਾਂ ਨੂੰ ਕੋਠੀ ਇਕੱਲੀ ਮਿਲੂਗੀ ਜਾਂ ਫਿਰ ਇਹ ਪੂਰੇ ਛੜਯੰਤਰ ਦੇ ਪਿੱਛੇ ਕੌਣ ਸੀ ਉਹਨਾਂ ਦੇ ਉੱਪਰ ਵੀ ਕਾਰਵਾਈ ਹੋਏਗੀ। ਹੁਣ ਇਹ ਮਾਮਲਾ ਕਿਸ ਤਣ ਪੱਤਰ ਲੱਗਦਾ ਨਜ਼ਰ ਆ ਰਿਹਾ? ਮਾਨ ਸਾਹਿਬ, ਬੀਤੇ ਦਿਨਾਂ ਤੋਂ ਸਰਬਜੀਤ ਕੌਰ ਮਾਣੂਕੇ ਵੱਲੋਂ ਜਗਰਾਉਂ ਦੇ ਹੀਰਾ ਬਾਗ ਵਿੱਚ ਸਥਿਤ ਇਹ ਜਿਹੜੀ ਕੋਠੀ ਹੈ, ਕਥਾ ਤੌਰ ਤੇ ਕੀਤੇ ਗਏ ਕਬਜ਼ੇ ਦੀਆਂ ਖਬਰਾਂ ਜਿਹੜੀਆਂ ਉਹ ਆ ਰਹੀਆਂ ਨੇ ਸਾਹਮਣੇ। ਨਿਤ ਨਵੇਂ ਖੁਲਾਸੇ ਇਸ ਸਾਰੇ ਸੰਦਰਭ ਵਿੱਚ ਹੁੰਦੇ ਰਹੇ ਨੇ ਤੇ ਇਸ ਮੁੱਦੇ ਦੇ ਉੱਤੇ ਰਾਜਨੀਤੀ ਵੀ ਰੱਜ ਕੇ ਹੋਈ। ਰਾਜਨੀਤੀ ਮੈਂ ਕਿਉਂਕਿ ਇਸ ਦਾ ਜਵਾਬ ਮੈਂ ਕੀ ਦੇਵਾਂ। ਹੁਣ ਜਿਸ ਤਰੀਕੇ ਨਾਲ ਸਥਿਤੀ ਤੁਸੀਂ ਬਿਆਨ ਕੀਤੀ ਕਿ ਬੀਤੀ ਸ਼ਾਮ SSP SP ਜਗਰਾਉਂ ਵੱਲੋਂ ਜਿਹੜੀ ਉਹ ਕੋਠੀ ਦੀਆਂ ਚਾਬੀਆਂ ਜਿਹੜੀਆਂ ਨੇ NRI ਪਰਿਵਾਰ ਕੁਲਦੀਪ ਕੌਰ ਧਾਲੀਵਾਲ ਜਿਹੜੀ ਨੂੰਹ ਹੈ ਉਹਨਾਂ ਨੂੰ ਵਾਪਸ ਦੇ ਦਿੱਤੀਆਂ ਗਈਆਂ ਨੇ। ਕਿਸਮ ਦਾ ਕਬਜ਼ਾ ਜਿਹੜਾ ਉਹਨਾਂ ਨੂੰ ਦੇ ਦਿੱਤਾ ਗਿਆ ਤੇ ਪੀੜਤ ਪਰਿਵਾਰ ਨੇ ਜਿਹੜੇ ਭਗਵੰਤ ਮਾਨ ਹੋਣਾ ਦੇ ਮੀਡੀਆ ਸਲਾਹਕਾਰ ਨੇ ਬਲਤੇਜ ਪੰਨੂ, ਉਹਨਾਂ ਦਾ ਧੰਨਵਾਦ ਕੀਤਾ ਤੇ ਮੁੱਖ ਮੰਤਰੀ ਸਾਹਿਬ ਦਾ ਕੀਤਾ ਕਿ ਜਿਨ੍ਹਾਂ ਦੇ ਦਖਲ ਦੇ ਨਾਲ ਇਹ ਜਿਹੜਾ ਕੰਮ ਜਿਹੜਾ ਹੋਇਆ ਸਾਰਾ। ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਜਿਹੜੀ ਕਹੀ ਕਿ ਉਹ ਗੁੰਮਰਾਹ ਹੋ ਕੇ ਕਿਸੇ ਵਿਰੋਧੀ ਪਾਰਟੀਆਂ ਕੋਲ ਚਲੇ ਗਏ ਸੀ, ਸਾਨੂੰ ਕਿ ਨਹੀਂ ਇੱਥੇ ਆਪਣਾ ਚਾਹੀਦਾ ਸੀ, ਮੁੱਦਾ ਰਾਜਨੀਤੀ ਦਾ ਇਹ ਸੀ ਜੀ। ਖੈਰ, ਤੁਹਾਡਾ ਪ੍ਰਸ਼ਨ ਜਿਹੜਾ ਹੈ ਕਿ ਚਾਬੀਆਂ ਦੇਣ ਦੇ ਨਾਲ ਇਹ ਕੀ ਮਾਮਲਾ ਸਾਰਾ ਵਰਤਾਰਾ ਖਤਮ ਹੋ ਗਿਆ? ਲਖਵਿੰਦਰ ਜੀ ਦੇਖੋ, ਜਦੋਂ ਤੋਂ ਇਹ ਮਸਲਾ ਸਾਹਮਣੇ ਆਇਆ ਨਿਤ ਨਵੇਂ ਖੁਲਾਸੇ ਹੋ ਰਹੇ ਆ। ਪਹਿਲਾਂ BBG ਨੇ ਸਟੈਂਡ ਲਿਆ ਕਿ ਕੋਠੀ ਕਿਰਾਏ ਤੇ ਲਈ ਹੈ। ਜਦੋਂ ਦਬਾਅ ਵਧਿਆ ਸੁਖਪਾਲ ਸਿੰਘ ਖਹਿਰਾ ਵੱਲੋਂ ਜਦੋਂ ਇਸ ਮੁੱਦੇ ਨੂੰ ਪੂਰੇ ਜ਼ੋਰ ਸ਼ੋਰ ਨਾਲ ਚੁੱਕਿਆ ਗਿਆ, ਫਿਰ ਇੱਕ ਕਰਮ ਸਿੰਘ ਸਿੱਧੂ ਨਾਮ ਦਾ ਵਿਅਕਤੀ ਸਾਹਮਣੇ ਆਉਂਦਾ। ਉਹ ਕਹਿੰਦਾ ਜੀ ਮੈਂ ਕੋਠੀ ਦਾ ਮਾਲਕ ਹੈਗਾ, ਜਿਹੜਾ ਕਿ ਆਮ ਤੋਂ ਜਿਹੜਾ ਬਹੁਤ ਖਾਸ ਹੈ। ਫਿਰ ਹੋਰ ਚੱਕਰ ਰੌਲਾ ਪੈਂਦਾ, ਫਿਰ ਇੱਕ ਅਸ਼ਵਨੀ ਕੁਮਾਰ ਵਸੀਕਾ ਨੂੰ ਇਸ ਦਾ ਨਾਮ ਆਉਂਦਾ, ਫਿਰ ਹੋਰ ਰੌਲਾ ਪੈਂਦਾ। ਹੌਲੀ ਹੌਲੀ ਪਰਤਾਂ ਜਿਹੜੀਆਂ ਖੁੱਲਣੀਆਂ ਸ਼ੁਰੂ ਹੋ ਜਾਂਦੀਆਂ ਤੇ ਅਖੀਰ ਵਸੀਕਾ ਅਸ਼ਵਨੀ ਕੁਮਾਰ ਦੇ ਖਿਲਾਫ ਜਿਹੜਾ ਪਰਚਾ ਦਰਜ ਕਰ ਲਿਆ ਜਾਂਦਾ ਔਰ ਮਸਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਹਦੇ ਨਾਲ ਹੀ ਨਾਲ ਐਂਟਰੀ ਫਿਰ ਕਿਸਾਨ ਜਥੇਬੰਦੀਆਂ ਦੀ ਹੁੰਦੀ ਹੈ। ਕਿਸਾਨ ਜਥੇਬੰਦੀਆਂ ਜਿਸ ਤਰੀਕੇ ਦੇ ਖੁਲਾਸੇ ਕਰਦੇ ਨੇ ਉਹ ਵੀ ਬੜੇ ਹੈਰਾਨੀਜਨਕ ਨੇ ਕਿ ਜਦੋਂ ਕੋਠੀ ਦੇ ਅੰਦਰ ਰੈਨੋਵੇਟ ਕੀਤਾ ਜਾ ਰਿਹਾ ਸੀ ਤੇ ਮਜ਼ਦੂਰਾਂ ਨੂੰ ਜਿਹੜਾ ਪੈਸਾ ਸੀ ਉਹ ਬਕਾਇਦਾ ਤੌਰ ਤੇ ਮਾਣੂਕੇ ਦੇ
ਪਤੀ ਵੱਲੋਂ ਦਿੱਤਾ ਜਾ ਰਿਹਾ ਸੀ। ਸਭ ਕੁਝ ਇਸ ਤਰੀਕੇ ਦੇ ਨਵੇਂ ਖੁਲਾਸੇ। ਕਹਿਣ ਦਾ ਭਾਵ ਕਿ ਬੜਾ ਗੋਰਖ ਧੰਦਾ ਇਸ ਮਸਲੇ ਦੇ ਵਰਤਾਰੇ ਦੇ ਵਿੱਚ ਵੇਖਣ ਨੂੰ ਮਿਲਿਆ। ਅਸਲ ਦੇ ਵਿੱਚ ਜੇ ਸਿੱਧੇ ਤੇ ਸਪਸ਼ਟ ਸ਼ਬਦਾਂ 'ਚ ਗੱਲ ਕਹੀਏ, ਇਹ ਜਿਸ ਤਰੀਕੇ ਨਾਲ ਲੋਕ ਗੱਲ ਕਹਿ ਰਹੇ, ਚਲੋ ਸਪਸ਼ਟ ਤੌਰ ਤੇ ਤਾਂ ਆਪਾਂ ਕੀ ਕਹਿੰਦੇ, ਲੋਕ ਜਿਸ ਤਰੀਕੇ ਨਾਲ ਸਪਸ਼ਟ ਗੱਲ ਕਹਿ ਰਹੇ ਆ ਕਿ ਇਹ ਇੱਕ ਕਿਸਮ ਦਾ ਕੋਠੀ ਨੂੰ ਹੜੱਪਣ ਦਾ ਯਤਨ ਸੀ, ਜਿਹੜਾ ਸੁਖਪਾਲ ਸਿੰਘ ਖਹਿਰੇ ਹੋਣਾ ਨੇ ਵੀ ਇਲਜ਼ਾਮ ਜਿਹੜੇ ਲਾਏ ਨੇ, ਆਪਾਂ ਨਹੀਂ ਕਹਿ ਰਹੇ, ਆਮ ਲੋਕ ਕਹਿੰਦੇ ਨੇ। ਤੇ ਵਰਤਾਰੇ ਦੇ ਵਿੱਚ ਲੱਗਦਾ ਵੀ ਹੈ ਕਿ ਜਿਸ ਤਰੀਕੇ ਨਾਲ ਕਰਮ ਸਿੰਘ ਸਿੱਧੂ ਦੇ ਨਾਂ ਤੇ ਐਤਵਾਰ ਰਜਿਸਟਰੀ ਹੋ ਜਾਂਦੀ ਆ, ਤਾਂ ਭਾਵ ਇੱਕ ਮਾਫੀਆ ਜਿਹੜਾ ਸੀ ਉਹ ਇਹਦੇ ਪਿੱਛੇ ਕੰਮ ਕਰ ਰਿਹਾ ਸੀ। ਉਸ ਮਾਫੀ ਦਾ ਮੋਢੀ ਕੌਣ ਹੈ, ਇਹ ਹੁਣ ਜਾਂਚ ਦਾ ਵਿਸ਼ਾ ਜਿਹੜਾ ਜ਼ਰੂਰ ਬਣਦਾ। ਚਾਬੀਆਂ ਦੇ ਦੇਣ ਦੇ ਨਾਲ ਤੇ ਕਬਜ਼ਾ ਦੇ ਦੇਣ ਦੇ ਨਾਲ ਇਹ ਮੁੱਦਾ ਇੱਥੇ ਖਤਮ ਨਹੀਂ ਹੁੰਦਾ, ਜਿਹੜਾ ਤੁਸੀਂ ਪ੍ਰਸ਼ਨ ਕੀਤਾ ਜੀ, ਕਿਉਂਕਿ ਇਹ ਇੱਕ ਸਾਜ਼ਿਸ਼ ਹੋਈ। ਸਾਜ਼ਿਸ਼ ਇੱਕ ਵਸੀਕਾ ਨਵੀਸ ਆਪਣੇ ਪੱਧਰ ਤੇ ਤਾਂ ਕਰ ਨਹੀਂ ਸਕਦਾ, ਚਲੋ ਉਹਨੇ ਆਪਣੇ ਪੱਧਰ ਤੇ ਕਰ ਵੀ ਲਈ, ਤੇ ਫਿਰ ਐਤਵਾਰ ਨੂੰ ਜਿਸ ਤਰੀਕੇ ਨਾਲ ਕਿਹੜੇ ਅਧਿਕਾਰੀ ਸਨ, ਕਿਹੜੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਸਨ, ਜਿਨ੍ਹਾਂ ਨੇ ਸਾਈਨ ਕਰਕੇ ਇਹ ਕੋਠੀ ਜਿਹੜੀ ਕਰਮ ਸਿੰਘ ਸਿੱਧੂ ਦੇ ਨਾਮ ਤੇ ਦੇ ਦਿੱਤੀ, ਤਾਂ ਫਿਰ ਇੰਨਾ ਚਿਰ ਉਹ ਬੀਬੀ ਮਾਨੂਕੇ ਨੂੰ ਕਿਰਾਏ ਤੇ ਦਿੰਦਾ ਰਿਹਾ, ਆਪ ਗਿਆ ਹੀ ਨਹੀਂ। 25,000 ਰੁਪਇਆ ਕਿਰਾਇਆ, ਤੇ ਦੂਜੇ ਪਾਸੇ ਕੋਠੀ ਦੀ ਅੰਦਰ ਰੈਨੋਵੇਟ ਕਰਾਉਣਾ ਹੋਵੇ ਤੇ ਉਸ ਦਾ ਖਰਚਾ ਜਿਹੜਾ ਉਹ ਦੂਜੀ ਧਿਰ ਦੇ ਰਹੀ ਹੈ। ਤੀਸਰੇ ਬੰਨੇ ਉਸ ਕੋਠੀ ਦੇ ਆਲੇ ਦੁਆਲੇ ਜਿਸ ਤਰ੍ਹਾਂ ਖੂਬਸੂਰਤ ਸੜਕਾਂ ਦਾ ਜਾਲ ਵਿਛਾ ਦਿੱਤਾ ਗਿਆ, ਇਹੋ ਜਿਹੀਆਂ ਪੰਜਾਬ 'ਚ ਕਿੰਨੀਆਂ ਕੁ ਕਿਰਾਏ ਤੇ ਕੋਠੀਆਂ ਨਹੀਂ, ਜਿਹੜੇ ਕੋਠੀਆਂ ਕਿਰਾਏ ਤੇ ਹੁੰਦੀਆਂ ਤੇ ਜਿੱਥੇ ਇੰਨੇ ਖੂਬਸੂਰਤ ਰਸਤੇ ਬਣਾ ਦਿੱਤੇ ਜਾਂਦੇ ਆ। ਕਹਿਣ ਦਾ ਅਰਥ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਇੰਟਰਫੇਰੈਂਸ ਨਾਲ ਇਹ ਮੁੱਦਾ ਕਬਜ਼ੇ ਤੱਕ ਤਾਂ ਸਿਮਟ ਗਿਆ, ਪਰ ਹੁਣ ਇਹ ਜਾਂਚ ਦਾ ਵਿਸ਼ਾ ਹੈ। ਜਾਂਚ ਦਾ ਵਿਸ਼ਾ ਇਸ ਕਰਕੇ ਕਿਉਂਕਿ ਕੱਲਾ ਕਰਮ ਸਿੰਘ ਸਿੱਧੂ, ਕੱਲਾ ਅਸ਼ਵਨੀ ਕੁਮਾਰ ਜਾਂ ਹੋਰ ਅਧਿਕਾਰੀ ਕਦੇ ਵੀ ਇੰਨਾ ਵੱਡਾ ਕਾਰਵਾਈ ਉਹ ਨਹੀਂ ਕਰ ਸਕਦੇ ਜਿੰਨਾ ਚਿਰ ਤੱਕ ਉਹਨਾਂ ਦੇ ਉੱਤੇ ਕੋਈ ਹੱਥ, ਜਿਹੜਾ ਵੱਡਾ ਹੱਥ ਨਾ ਹੋਵੇ। ਉਹ ਵੱਡਾ ਸਿਆਸੀ ਹੱਥ ਵੀ ਹੋ ਸਕਦਾ, ਐਡਮਿਨਿਸਟ੍ਰੇਟਰ ਪੱਧਰ ਤੇ ਵੀ ਹੋ ਸਕਦਾ, ਕੋਈ ਵੀ ਹੱਥ ਹੋ ਸਕਦਾ। ਫਿਰ ਹੀ ਅਜਿਹੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ। ਜੇਕਰ ਇਹ ਪੀੜਤ ਪਰਿਵਾਰ ਰੌਲਾ ਨਾ ਪਾਉਂਦਾ, ਜੇ ਸੁਖਪਾਲ ਸਿੰਘ ਖਹਿਰੇ ਹੁਣੀ ਇਸ ਮੁੱਦੇ ਨੂੰ ਨਾ ਚੁੱਕਦੇ, ਤਾਂ ਫਿਰ ਕੀ ਹੁੰਦਾ? ਫਿਰ ਕੋਠੀ ਦੇ ਕਬਜ਼ੇ ਆ ਕਦੇ ਛੁੱਟਣੇ ਨਹੀਂ ਸੀ ਤੇ ਮਸਲਾ ਘੱਟੇ ਕੌਡੀਆਂ 'ਚ ਰੋਲ ਜਾਣਾ ਸੀ। ਸੋ ਕਹਿਣ ਦਾ ਅਰਥ ਇਹ ਆ ਕਿ ਇਹ ਮਸਲਾ ਅਜੇ ਖਤਮ ਨਹੀਂ ਹੋਇਆ, ਬਲਕਿ ਹੁਣ ਸ਼ੁਰੂ ਹੋਇਆ। ਤੇ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਇਹ ਗੱਲ ਕਹਿੰਦੇ ਆ ਕਿ ਮੇਰੀ ਸਰਕਾਰ ਜਿਹੜੀ ਆ ਕਰਪਸ਼ਨ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਂਦੀ ਆ, ਤਾਂ ਫਿਰ ਇਸ ਮਸਲੇ ਦੀ ਜਾਂਚ ਜਿਹੜੀ ਆ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਔਰ ਇਹਦੇ ਵਿੱਚ ਜਿਹੜੇ ਵੀ ਵਿਅਕਤੀਆਂ ਦਾ ਨਾਮ ਆਇਆ, ਚਾਹੇ ਉਹ ਸਰਬਜੀਤ ਕੌਰ ਮਾਨੂਕੇ ਹੋਣ, ਚਾਹੇ ਕਰਮ ਸਿੰਘ ਸਿੱਧੂ ਹੋਵੇ, ਚਾਹੇ ਅਸ਼ਵਨੀ ਕੁਮਾਰ ਹੋਵੇ, ਤੇ ਚਾਹੇ ਕੋਈ ਹੋਰ ABCD ਹੋਵੇ, ਸਾਰਿਆਂ ਨੂੰ ਇਸ ਮਸਲੇ ਦੇ ਵਿੱਚ ਜਾਂਚ ਜਿਹੜੀ ਉਹਨਾਂ ਦੀ ਕੀਤੀ ਜਾਣੀ ਚਾਹੀਦੀ ਹੈ। ਤੇ ਉਹਨਾਂ ਦੇ ਇਸ ਸਾਰੇ ਮਸਲੇ 'ਚ ਉਹਨਾਂ ਨੇ ਭੂਮਿਕਾ ਕੀ ਨਿਭਾਈ, ਉਹ ਭੂਮਿਕਾ ਦੇ ਸੰਬੰਧੀ ਵੀ ਸਰਕਾਰ ਨੂੰ ਜਾਂਚ ਕਰਾ ਕੇ ਸੰਬੰਧਿਤ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਸਰਕਾਰ ਦੀ ਕਹਿਣੀ ਤੇ ਕਥਨੀ ਦੇ ਵਿੱਚ ਅੰਤਰ ਜਿਹੜਾ ਉਹ ਨਾ ਆਵੇ। ਨਹੀਂ ਤਾਂ ਇਹ ਤਾਂ ਇੱਕ ਕੋਠੀ ਦਾ ਮਾਮਲਾ ਜਿਹੜਾ ਸਾਹਮਣੇ ਆ ਗਿਆ। ਹੋਰ ਕਿੰਨੀਆਂ ਪੰਜਾਬ 'ਚ ਇਹੋ ਜਿਹੀਆਂ ਕੋਠੀਆਂ ਹੋਣਗੀਆਂ ਇਹਨਾਂ ਦੇ ਪਰਿਵਾਰਾਂ ਦੀਆਂ। ਤੁਸੀਂ ਇਹਨਾਂ ਦੇ ਪਰਿਵਾਰ ਵੀ ਛੱਡੋ, ਆਮ ਮਾਤੜ ਧਾਤਰਾਂ ਦੇ ਕਿੰਨੇ ਮਕਾਨ ਹੋਣਗੇ ਜਿਹੜੇ ਲਵਾਰਸ ਹੋਣਗੇ, ਤਾਂ ਫਿਰ ਜਿਹਦੀ ਵੀ ਕੋਈ ਸਿਆਸੀ ਪਹੁੰਚ ਮਾੜੀ ਮੋਟੀ ਹੋਵੇਗੀ, ਇਸੇ ਤਰੀਕੇ ਨਾਲ ਕਬਜ਼ਾ ਕਰ ਲੈਣਗੇ। ਬਾਅਦ ਵਿੱਚ ਜਦੋਂ ਰੌਲਾ ਪਊਗਾ, ਚਾਬੀਆਂ ਦੇ ਕੇ ਬੰਦ ਕਮਰੇ ਦੇ ਵਿੱਚ ਮੀਟਿੰਗ ਕਰਾ ਕੇ ਮਸਲੇ ਨੂੰ ਖਤਮ ਕਰਨ ਦਾ ਯਤਨ ਕੀਤਾ ਜਾਵੇਗਾ। ਇਹ ਕੋਈ ਮਸਲਾ 57 ਦਾ ਤਾਂ ਹੈ ਨਹੀਂ ਕਿ ਜਿੱਥੇ ਦੋਵੇਂ ਧਿਰਾਂ ਨੂੰ ਤੁਸੀਂ ਸਮਝਾ ਬੁਝਾ ਦਿੱਤਾ, ਚਲੋ ਵੀ ਰਾਜੀਨਾਮਾ ਕਰ ਲਓ। ਰਾਜੀਨਾਮਾ ਕਿਹੜੀ ਗੱਲ ਦਾ? ਇੱਕ ਪਾਸੇ ਪੁਲਿਸ ਨੇ FIR ਲਾਂਚ ਕੀਤੀ ਆ, ਦੂਜੇ ਪਾਸੇ ਤੁਸੀਂ ਰਾਜੀਨਾਮਾ ਕਰਾ ਰਹੇ ਜੀ, ਤੇ ਤੀਸਰੇ ਬੰਨੇ ਉਹ ਪਰਿਵਾਰ ਵੀ ਹੁਣ ਮੁੱਖ ਮੰਤਰੀ ਦਾ ਧੰਨਵਾਦ ਕਰ ਰਿਹਾ। ਮੈਂ ਇਸ ਮੁੱਦੇ ਤੇ ਰਾਜਨੀਤੀ ਕਹੀ ਸੀ ਕਿ ਜਦੋਂ ਉਹ ਸੁਖਪਾਲ ਸਿੰਘ ਖਹਿਰੇ ਕੋਲ ਜਾਂਦੇ ਆ, ਉਦੋਂ ਸੁਖਪਾਲ ਸਿੰਘ ਖਹਿਰੇ ਦੇ ਕੋਲ ਗੁੰਮਦੇ ਆ, ਤੇ ਸੁਖਪਾਲ ਸਿੰਘ ਖਹਿਰਾ ਉਹਨਾਂ ਵਾਸਤੇ ਇੱਕ ਮਸੀਹਾ ਬਣ ਕੇ ਉੱਭਰਦਾ। ਤੇ ਕੱਲ ਜਦੋਂ ਚਾਬੀਆਂ ਲੈਣਗੇ, ਉਸ ਵਕਤ ਉਹੀ ਪਰਿਵਾਰ ਇਹ ਗੱਲ ਕਹਿ ਰਿਹਾ ਕਿ ਅਸੀਂ ਗੁੰਮਰਾਹ ਹੋ ਕੇ ਵਿਰੋਧੀ ਪਾਰਟੀਆਂ ਕੋਲ ਚਲੇ ਗਏ, ਸਾਨੂੰ ਪਹਿਲਾਂ ਹੀ ਮੁੱਖ ਮੰਤਰੀ ਕੋਲ ਜਾਣਾ ਚਾਹੀਦਾ ਸੀ। ਤੇ ਦੂਜੇ ਪਾਸੇ ਸੁਖਪਾਲ ਸਿੰਘ ਖਹਿਰੇ ਨੇ ਵੀ ਇਸ ਮੁੱਦੇ ਤੇ ਸਰਕਾਰ ਨੂੰ ਪੂਰਾ ਖੜਕਾ ਕੇ ਰੱਖਿਆ। ਕਹਿਣ ਦਾ ਅਰਥ ਹੈ ਕਿ ਰਾਜਨੀਤੀ ਇਸ ਮੁੱਦੇ ਤੇ ਹੋਈ। ਹੁਣ ਲੋਕਾਂ ਨੂੰ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ। ਪੀੜਤ ਪਰਿਵਾਰ ਨੂੰ ਚਾਬੀਆਂ ਮਿਲ ਗਈਆਂ, ਜਿਹੜੀ ਰਾਜੀਨਾਮੇ ਗੱਲਬਾਤ ਹੋਣੀ ਉਹ ਵੀ ਹੋ ਗਈ, ਪਰ ਪ੍ਰਸ਼ਨ ਉੱਥੇ ਦਾ ਉੱਥੇ ਰੁਕਿਆ ਕਿ ਇਹ ਸਾਰੀ ਜਾਲਸਾਜ਼ੀ ਦਾ ਮੁੱਖ ਸਾਜ਼ਿਸ਼ ਕਰਤਾ ਧਰਤਾ ਕੌਣ ਹੈ। ਤਾਂ ਇਹਦੇ ਸੰਬੰਧੀ ਸਰਕਾਰ ਨੇ ਜੇਕਰ ਆਪਣਾ ਠੀਕ ਕਰਨਾ, ਇਸ ਦੀ ਜਾਂਚ ਉੱਚ ਪੱਧਰੀ ਹੋਣੀ ਚਾਹੀਦੀ ਹੈ, ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿੱਤਰ ਕੇ ਸਾਹਮਣੇ ਆਵੇ। ਉਹਦੇ ਵਿੱਚ ਫਿਰ ਸਰਬਜੀਤ ਕੌਰ ਮਾਨੂਕੇ ਹੋਵੇ, ਕਰਮ ਸਿੰਘ ਸਿੱਧੂ ਹੋਵੇ, ਅਸ਼ਵਨੀ ਕੁਮਾਰ ਹੋਵੇ, ਜਾਂ ਕੋਈ ਹੋਰ ਨਾਇਬ ਤਹਿਸੀਲਦਾਰ ਹੋਣ, ਫਿਰ ਉਹ ਬਖਸ਼ੇ ਨਹੀਂ ਜਾਣੇ ਚਾਹੀਦੇ। ਉਹਨਾਂ ਦੇ ਖਿਲਾਫ ਕਰੜੀ ਕਾਰਵਾਈ ਉਸੇ ਤਰੀਕੇ ਦੀ ਹੋਣੀ ਚਾਹੀਦੀ ਹੈ ਜਿਸ ਤਰੀਕੇ ਨਾਲ ਬੀਤੇ ਦੌਰ 'ਚ ਵਿਧਾਇਕ ਅਮਿਤ ਰਤਨ ਦੇ ਖਿਲਾਫ ਹੋਈ। ਕੀਤੀ ਚਲੋ ਜੋ ਕੀਤਾ ਹੋਈ, ਉਹਦੇ ਖਿਲਾਫ ਪਰਚਾ ਦਰਜ ਹੋਇਆ, ਚਾਹੇ ਸੰਗਲਾ ਦੇ ਖਿਲਾਫ ਹੋਈ, ਕਹਿਣ ਕੋ ਉਹਨੂੰ, ਹਾਲਾਂਕਿ ਕਟਾਰੂ ਚੱਕ ਦੇ ਖਿਲਾਫ ਤਾਂ ਹੋਈ ਨਹੀਂ,
ਪਰ ਕਾਰਵਾਈ ਫਿਰ ਭਗਵੰਤ ਮਾਨ ਨੂੰ ਕਰਨੀ ਚਾਹੀਦੀ ਹੈ, ਕਿਉਂਕਿ ਇਹ ਮੁੱਦਾ ਕੋਈ ਛੋਟਾ ਮੁੱਦਾ ਨਹੀਂ ਹੈ। ਇੱਕ ਜਾਇਦਾਦ ਨੂੰ ਹੜੱਪਣ ਦਾ ਹੈ। ਦੋਸ਼ ਅਜੇ ਸਾਬਤ ਨਹੀਂ ਕਿਸੇ ਤੇ ਹੋਏ, ਪਰ ਜਾਂਚ ਜਿਹੜੀ ਜ਼ਰੂਰ ਹੋਣੀ ਚਾਹੀਦੀ ਹੈ। ਕੇਵਲ ਚਾਬੀਆਂ ਦੇ ਕੇ ਇਸ ਮਸਲੇ ਦਾ ਅੰਤ ਜਿਹੜਾ ਉਹ ਨਹੀਂ ਸਮਝਣਾ ਚਾਹੀਦਾ। ਜੀ ਬਿਲਕੁਲ ਸਰ। ਇਸ ਮਾਮਲੇ ਤੋਂ ਬਾਅਦ ਇੱਕ ਹੋਰ ਅਹਿਮ ਮਾਮਲਾ ਜੋ ਪੰਜਾਬ ਦੀਆਂ ਹੁਣ ਗਲਿਆਰਿਆਂ ਦੇ ਵਿੱਚ ਹੈ, ਜਿਹਦੇ ਉੱਪਰ ਸਿਆਸਤ ਵੀ ਹੋਣੀ ਸ਼ੁਰੂ ਹੋ ਗਈ ਹੈ। ਗੱਲ ਕਰ ਰਹੇ ਇੱਕ ਲਿਸਟ ਦੀ, ਜਿਹੜੀ ਲਿਸਟ ਭ੍ਰਿਸ਼ਟ ਨਾਇਬ ਤਹਿਸੀਲਦਾਰਾਂ ਤੇ ਤਹਿਸੀਲਦਾਰਾਂ ਦੀ, ਤੇ ਜੋ ਇਹ ਫਰਜ਼ੀਵਾੜਾ ਚੱਲ ਰਿਹਾ ਹੈਗਾ ਰਜਿਸਟਰੀਆਂ ਦੇ ਉੱਪਰ ਪੈਸੇ ਦਾ ਲੈਣ ਦੇਣ ਦਾ, ਉਹਨਾਂ ਦੀ ਲਿਸਟ ਇੱਕ ਸਰਕਾਰ ਨੂੰ ਭੇਜੀ ਗਈ ਸੀ, ਲੇਕਿਨ ਸਰਕਾਰ ਤੱਕ ਇਹ ਲਿਸਟ ਨਹੀਂ ਪਹੁੰਚੀ। ਕਾਰਵਾਈ ਤਾਂ ਜੀ ਸ਼ੁਰੂ ਨਹੀਂ ਹੋਈ ਸੀ, ਲੇਕਿਨ ਇਹ ਪਬਲਿਕ ਡੋਮੇਨ ਦੇ ਵਿੱਚ ਲਿਸਟ ਲੀਕ ਹੋ ਕੇ ਪਹੁੰਚੀ ਹੈ, ਜਿਸ ਤੋਂ ਬਾਅਦ ਇੱਕ ਸਮੂਹਿਕ ਛੁੱਟੀ ਵੀ ਭਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਆਮ ਲੋਕਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਆਖਿਰ ਇਹ ਜੋ ਅਤੀ ਸੀਕ੍ਰੇਟ ਲਿਸਟਾਂ ਹੁੰਦੀਆਂ ਨੇ, ਜਿਸ ਦੇ ਉੱਪਰ ਸਰਕਾਰ ਕਾਰਵਾਈ ਕਰਨਾ ਚਾਹੁੰਦੀ ਹੈ, ਉਹ ਲਿਸਟਾਂ ਲੀਕ ਕਿਵੇਂ ਹੋ ਜਾਂਦੀਆਂ ਨੇ? ਦੂਸਰਾ, ਕਿਤੇ ਇਹ ਲਿਸਟ ਲੀਕ ਹੋਣ ਤੋਂ ਬਾਅਦ ਇਹ ਮਾਮਲਾ ਵੀ ਹੁਣ ਬਰਖਾਸਤ AIG ਰਾਜਜੀਤ ਵਾਲਾ ਤਾਂ ਨਹੀਂ ਹੋਣ ਵਾਲਾ, ਕਿਉਂਕਿ ਉਹਨਾਂ ਖਿਲਾਫ ਮਾਮਲਾ ਤਾਂ ਦਰਜ ਹੋ ਚੁੱਕਿਆ ਹੈ, ਲੇਕਿਨ ਅਜੇ ਤੱਕ ਕਿਉਂਕਿ ਉਹਨਾਂ ਦੇ ਮਾਮਲਾ ਦਰਜ ਹੋਣ ਤੋਂ ਪਹਿਲਾਂ ਹੀ ਇਹ ਗੱਲ ਕਲੀਅਰ ਕਰ ਦਿੱਤੀ ਸੀ ਕਿ ਉਹ ਭ੍ਰਿਸ਼ਟ ਨੇ, ਉਹਨਾਂ ਵਿਰੁੱਧ ਕਾਰਵਾਈ ਹੋਏਗੀ, ਤੇ ਉਹ ਅੱਜ ਤੱਕ ਪੁਲਿਸ ਦੇ ਹੱਥ ਨਹੀਂ ਲੱਗੇ। ਕਿ ਇਸ ਮਾਮਲੇ ਦੇ ਵਿੱਚ ਵੀ ਲਿਸਟ ਲੀਕ ਹੋ ਚੁੱਕੀ ਹੈ, ਕਿ ਹੁਣ ਚੁਕੰਨੇ ਹੋ ਜਾਣਗੇ ਸਾਰੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਜਿਨ੍ਹਾਂ ਦਾ ਨਾਮ ਹੈ, ਕਿਉਂਕਿ ਤਕਰੀਬਨ 50 ਅਫਸਰਾਂ ਦੇ ਨਾਮ ਇਸ ਲਿਸਟ ਸ਼ਾਮਲ ਨੇ, ਜਿਹੜੇ ਕਿ ਪਬਲਿਕ ਡੋਮੇਨ ਦੇ ਵਿੱਚ ਆ ਚੁੱਕੇ ਨੇ ਸ਼ਹਿਰਾਂ ਦੇ ਨਾਮ ਦੇ ਨਾਲ, ਤੇ ਇਹ ਵੀ ਨਾਲ ਲਿਸਟਾਂ 'ਚ ਲਿਖਿਆ ਗਿਆ ਵੀ ਉਹਨਾਂ ਦੇ ਉਹ ਕਰਿੰਦੇ ਕਿਹੜੇ ਨੇ ਜਿਨ੍ਹਾਂ ਥਰੂ ਉਹ ਪੈਸੇ ਲੈਂਦੇ ਨੇਗੇ। ਹੁਣ ਕਿਵੇਂ ਦੇਖ ਰਹੇ ਹੋ ਇਸ ਮਾਮਲੇ ਦੇ ਵਿੱਚ, ਕਿ ਇਸ ਮਾਮਲੇ ਦੇ ਵਿੱਚ ਸਰਕਾਰ ਦੀ ਕਾਰਜਸ਼ੈਲੀ ਦੇ ਉੱਪਰ ਸਵਾਲ ਨਹੀਂ ਉੱਠ ਰਹੇ ਕਿ ਇੰਨੀਆਂ ਅਤੀ ਸੀਕ੍ਰੇਟ ਉਹ ਲਿਸਟਾਂ, ਜਿਨ੍ਹਾਂ ਲਿਸਟਾਂ ਦੇ ਸੰਦਰਭ ਦੇ ਵਿੱਚ ਵੱਡੀ ਕਾਰਵਾਈ ਕਰਨੀ ਸੀ, ਭ੍ਰਿਸ਼ਟਾਚਾਰ ਤੋਂ ਮੁਕਤ ਪੰਜਾਬ ਨੂੰ ਕਰਨ ਦੇ ਦਾਅਵੇ ਕਰਨ ਵਾਲੀ ਮਾਨ ਸਰਕਾਰ ਹੁਣ ਕੀ ਕਰੇਗੀ ਇਸ ਮਾਮਲੇ ਦੇ ਵਿੱਚ? ਕਿਵੇਂ ਦੇਖ ਰਹੇ ਹੋ ਪੂਰੇ ਮਾਮਲੇ ਨੂੰ? ਮਾਨ ਸਾਹਿਬ, ਇਹ ਕੋਈ ਪਹਿਲਾ ਵਰਤਾਰਾ ਨਹੀਂ ਹੈ ਕਿ ਜਦੋਂ ਲਿਸਟ ਇਦਾਂ ਦੀ ਜਾਰੀ ਲੀਕ ਹੋਈ ਹੋਵੇ। ਜਦੋਂ ਸੁਰੱਖਿਆ ਘਟਾਈ ਗਈ, ਸਿੱਧੂ ਮੂਸੇਵਾਲ ਦਾ ਕਤਲ ਹੁੰਦਾ, ਤਾਂ ਸਿੱਧੂ ਮੂਸੇਵਾਲ ਤੋਂ ਕਤਲ ਤੋਂ ਪਹਿਲਾਂ ਵੀ ਲਿਸਟਾਂ ਜਿਹੜੀਆਂ ਸੀ ਲੀਕ ਹੋ ਗਈਆਂ ਸੀ, ਅਖਬਾਰਾਂ 'ਚ ਦੇ ਦਿੱਤੀਆਂ ਗਈਆਂ ਸੀ। ਹੁਣ ਇਹ ਕੱਲ੍ਹ ਇੱਕ ਨਵੀਂ ਲਿਸਟ ਜਾਰੀ ਹੋਈ ਹੈ, ਜਿਹਦੇ ਵਿੱਚ 50 ਦੇ ਕਰੀਬ ਉਹ ਨਾਇਬ ਤਹਿਸੀਲਦਾਰ ਜਾਂ ਤਹਿਸੀਲਦਾਰ ਦੇ ਨਾਮ ਨਹੀਂ, ਤੇ ਉਹਨਾਂ ਦੇ ਕਰਿੰਦਿਆਂ ਦੇ ਨਾਮ ਨੇ ਜਿਹੜੇ ਭ੍ਰਿਸ਼ਟ ਮੰਨੇ ਗਏ ਨੇ। ਇਹ ਵਿਜੀਲੈਂਸ ਵੱਲੋਂ ਲਿਸਟ ਕੀਤੀ ਗਈ ਜਾਰੀ, ਤਾਂ ਹਰ ਜ਼ਿਲ੍ਹੇ ਦੇ ਬੰਦੇ ਦੀ ਗੱਲ ਹੈਗੀ ਹੈ। ਹੁਣ ਇਹ ਲਿਸਟ ਲੀਕ ਕਿਸ ਤਰ੍ਹਾਂ ਹੋਈ, ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ ਹੀ ਹੈ। ਪਰ ਜਦੋਂ ਮੈਂ ਇਹ ਲਿਸਟ ਪੜ੍ਹ ਰਿਹਾ ਸਾਂ, ਤਾਂ ਮਾਨ ਸਾਹਿਬ, ਮੈਂ ਉਹੀ ਜਗਰਾਉਂ ਦਾ ਕੋਈ ਤਹਿਸੀਲਦਾਰ ਵੇਖਣ ਡਿਆ ਹਾਂ ਕਿ ਇਸ ਵਿੱਚ ਜਗਰਾਉਂ ਦੇ ਕਿਸੇ ਤਹਿਸੀਲਦਾਰ ਦਾ ਜਾਂ ਨਾਇਬ ਤਹਿਸੀਲਦਾਰ ਦਾ ਨਾਮ ਹੈਗਾ। ਬੜੀ ਹੈਰਾਨੀ ਦੀ ਗੱਲ ਆ ਕਿ ਉਹਦੇ ਵਿੱਚ ਕਿਸੇ ਵੀ ਤਹਿਸੀਲਦਾਰ ਦਾ ਨਾਮ ਨਹੀਂ ਸੀ, ਤੇ ਫਿਰ ਕਰਮ ਸਿੰਘ ਸਿੱਧੂ ਰਜਿਸਟਰੀ ਕਿਵੇਂ ਕਰਾ ਗਿਆ? ਪ੍ਰਸ਼ਨ ਇਹ ਵੀ ਇੱਥੇ ਪੈਦਾ ਹੋ ਗਿਆ। ਖੈਰ, ਮੈਂ ਇਹਦੇ ਵਿੱਚ ਬਹੁਤ ਕੁਝ ਕਹਿਤਾ ਇਸ ਗੱਲ ਵਿੱਚ ਕਿ ਉਸ ਲਿਸਟ ਦੇ ਵਿੱਚ ਜਗਰਾਉਂ ਦੇ ਉਸ ਤਹਿਸੀਲਦਾਰ ਦਾ ਜਾਂ ਨਾਇਬ ਤਹਿਸੀਲਦਾਰ ਦਾ ਨਾਮ ਨਹੀਂ ਮੈਨੂੰ ਕਿਤੇ ਲੱਭਾ ਕਿ ਜਿਹੜਾ ਇਸ ਮਸਲੇ ਦੇ ਵਿੱਚ ਜਿਹਨੇ NRI ਦੀ ਕੋਠੀ ਜਿਹੜੀ ਕੀਤੀ ਅਸ਼ਵਨੀ ਕੁਮਾਰ ਦੇ ਜਾਂ ਕਰਮ ਸਿੰਘ ਸਿੱਧੂ ਦੇ ਨਾਮ ਤੇ ਰਜਿਸਟਰ ਕੀਤੀ ਹੋਗੀ। ਪਤਾ ਨਹੀਂ ਕੀ ਇਹ ਫਰਜ਼ੀਵਾੜਾ। ਖੈਰ, ਸਰਕਾਰ ਵੱਲੋਂ ਕੱਲ 50 ਨਾਇਬ ਤਹਿਸੀਲਦਾਰਾਂ ਤੇ ਲਿਸਟ ਜਾਰੀ ਕੀਤੀ ਗਈ। ਅਗਰ ਵੇਖਿਆ ਜਾਵੇ ਤਾਂ ਆਪਣੇ ਮਾਨ ਸਾਹਿਬ, ਤਹਿਸੀਲਾਂ 'ਚ ਜਿੰਨਾ ਗੰਦ ਪਿਆ ਆ, ਉਸ ਦੇ ਸੰਬੰਧੀ ਤਾਂ ਕੁਝ ਕਿਹਾ ਹੀ ਨਹੀਂ ਜਾ ਸਕਦਾ। ਭਾਵੇਂ ਨਾਇਬ ਤਹਿਸੀਲਦਾਰ, ਭਾਵੇਂ ਤਹਿਸੀਲਦਾਰ ਤੇ ਭਾਵੇਂ ਪਟਵਾਰੀ ਆ। ਪੈਸਿਆਂ ਤੋਂ ਬਿਨਾਂ ਇੱਕ ਫਾਈਲ, ਇੱਕ ਸਾਈਨ ਤੱਕ ਨਹੀਂ ਜੇ ਹੁੰਦੇ, ਜੋ ਤਹਿਸੀਲ ਕੰਪਲੈਕਸਾਂ ਦਾ ਸੱਚ ਹੈ। ਇਹ ਗੱਲ ਪੱਕੀ ਹੈ, ਇਸ ਗੱਲ 'ਚ ਦੋ ਐਵਾ ਨਹੀਂ। ਤੇ ਜਿਨ੍ਹਾਂ ਬੰਦਿਆਂ ਦੇ ਨਾਮ ਇਹਨਾਂ ਲਿਸਟਾਂ ਦੇ ਵਿੱਚ ਹਨ, ਉਹਦੇ ਵਿੱਚ 2 ਨਾਮ ਜਿਹੜੇ ਨੇ ਬਟਾਲਾ ਦੇ ਨਾਮ ਹੀ ਹੈਗੇ ਨੇ, ਤੇ ਉਹ ਬੰਦੇ, ਜਿਸ ਬੰਦੇ ਦਾ ਨਾਮ ਹੈਗਾ ਬਟਾਲੇ ਦੇ, ਜਿਸ ਤਹਿਸੀਲਦਾਰ ਨੂੰ ਜਿਹਦੇ ਕੋਲ ਫਤਿਹਗੜ੍ਹ ਚੂੜੀਆਂ ਦਾ ਚਾਰਜ ਜਿਹੜਾ ਦੱਸਿਆ ਜਾਂਦਾ, ਉਹਦੇ ਸੰਬੰਧੀ ਬੜੇ ਕਿੱਸੇ ਜਿਹੜੇ ਇਸ ਇਲਾਕੇ ਦੇ ਵਿੱਚ ਮਸ਼ਹੂਰ ਨੇ। ਬਕਾਇਦਾ ਤੌਰ ਤੇ ਉਸ ਦਾ ਨਾਮ ਵੀ ਲੋਕਾਂ ਨੇ ਕੁਝ ਰੱਖਿਆ ਹੋਇਆ। ਸੋ ਕਹਿਣ ਦਾ ਅਰਥ ਕਿ ਇਹ ਲਿਸਟ ਕਾਫੀ ਪੱਧਰ ਤੱਕ ਠੀਕ ਪ੍ਰਤੀਤ ਹੁੰਦੀ ਹੈ, ਕਿਉਂਕਿ 1-2 ਨਾਮ ਮੇਰੇ ਅਜਿਹੇ ਇਸ ਲਿਸਟ 'ਚ ਨੇ ਜਿਨ੍ਹਾਂ ਨਾਲ ਸਿੱਧਾ ਵਾ ਮੇਰਾ ਵੀ ਪਿਆ। ਸੋ ਇਸ ਕਰਕੇ ਲੱਗਦਾ ਕਿ ਇਹ ਲਿਸਟ ਵਾਕਿਆ ਹੀ ਜਾਂਚ ਪੜਤਾਲ ਤੋਂ ਬਾਅਦ ਹੀ ਤਿਆਰ ਜਿਹੜੀ ਆ ਉਹ ਕੀਤੀ ਗਈ। ਹੁਣ ਸਰਕਾਰ ਕੀ ਕਰੇ? ਸਰਕਾਰ ਨੇ ਲਿਸਟ ਜਾਰੀ ਕਰਤੀ ਤੇ ਕੱਲ੍ਹ ਹੀ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ ਸਮੂਹਕ ਛੁੱਟੀ ਤੇ ਚਲੇ ਗਏ, ਤੇ ਉਹਨਾਂ ਨੇ ਇੰਨੀ ਗੱਲ ਕਹੀ ਕਿ ਜਿੰਨਾ ਚਾਹੀ ਲੰਮੀ ਛੁੱਟੀ ਤੇ ਵੀ ਜਾ ਸਕਦੇ ਆ, ਜਿੰਨਾ ਚਿਰ ਫੈਸਲਾ ਨਹੀਂ ਹੁੰਦਾ, ਜਿੰਨਾ ਚਿਰ ਕਾਰਵਾਈ ਵਾਪਸ ਕਰਨ ਦਾ ਕੋਈ ਨਾ ਭਰੋਸਾ ਨਹੀਂ ਦਿੱਤਾ ਜਾਂਦਾ ਸਰਕਾਰ ਵੱਲੋਂ। ਦੂਸਰੇ ਬੰਨੇ ਇੱਕ ਦਿਨ ਹੀ ਰਜਿਸਟਰੀਆਂ ਨਾ ਹੋਣ ਕਰਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਘਾਟਾ ਜਿਹੜਾ ਪਿਆ। ਹੁਣ ਤੁਹਾਡਾ ਪ੍ਰਸ਼ਨ ਇਹ ਸੀ ਕਿ ਸਰਕਾਰ ਕਰੇਗੀ ਕਿ ਇਹ ਵੀ ਮਸਲਾ ਰਾਜਜੀਤ ਸਿੰਘ ਵਾਂਗੂ ਠੰਡੇ ਬਸਤੇ 'ਚ ਪੈ ਜਾਏਗਾ? ਹੁਣ ਲਖਵਿੰਦਰ ਜੀ, ਰਾਜਜੀਤ ਦਾ ਮਸਲਾ ਜਿਹੜਾ ਉਹ ਇੱਕ ਅਲੱਗ ਤਰ੍ਹਾਂ ਦਾ ਮਸਲਾ ਹੈਗਾ ਜੀ। ਅਲੱਗ ਤਰ੍ਹਾਂ ਦਾ ਮਸਲਾ ਇੱਦਾਂ ਦਾ ਕਿਉਂਕਿ ਪੁਲਿਸ ਵੱਲੋਂ ਬੀਤੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਉਹਦੇ ਖਿਲਾਫ ਪਰਚਾ ਦਰਜ ਕੀਤਾ ਗਿਆ, ਡਰੱਗ ਦੇ ਮੁੱਦੇ ਤੇ ਇੰਦਰਜੀਤ ਨਾਲ ਉਹਦੇ ਸੰਬੰਧ ਸਨ, ਤਾਂ ਉਹ ਤਾਂ ਫਰਾਰ ਹੋ ਗਿਆ। ਹੁਣ ਇਹ ਅਧਿਕਾਰੀ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ, ਜਿਹੜੇ ਰਜਿਸਟਰੀਆਂ ਲੋਕਾਂ ਦਾ ਸਿੱਧਾ ਵਾਹ ਪੈਂਦਾ,
ਤੇ ਲੋਕਾਂ ਨੂੰ ਵੀ ਪਤਾ। ਪਰ ਹੁਣ ਲਿਸਟ ਜਾਰੀ ਹੋਣ ਨਾਲ ਜਿਸ ਤਰੀਕੇ ਦਾ ਇਹਨਾਂ ਨਾਇਬ ਤਹਿਸੀਲਦਾਰਾਂ ਜਾਂ ਤਹਿਸੀਲਦਾਰ ਦਾ ਅਕਸ ਜਿਹੜਾ ਡਿੱਗਾ, ਉਹ ਅਕਸਰ ਡਿੱਗਣਾ ਹੀ ਇਹਨਾਂ ਵਾਸਤੇ ਬੜੀ ਵੱਡੀ ਕਾਰਵਾਈ ਆਪਣੇ ਆਪ 'ਚ ਸਿੱਧ ਹੋ ਜਾਂਦੀ ਆ, ਕਿਉਂਕਿ ਹੁਣ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਇਹ ਵਿਅਕਤੀ ਵਿਜੀਲੈਂਸ ਦੇ ਰਡਾਰ ਤੇ ਨੇ। ਤੇ ਹੁਣ ਲੋਕੀ ਥੋੜਾ ਜਿਹਾ ਇਹਨਾਂ ਨਾਲ ਹੱਥ ਮਿਲਾਉਣ ਲੱਗਿਆ ਗਰੇਜ ਜ਼ਰੂਰ ਕਰਨਗੇ। ਹਾਂ, ਕੋਈ ਫਸੀ ਨੂੰ ਹੋ ਸਕਦਾ ਕਿ ਇਹ ਬੰਦੇ ਆਪਣਾ ਕੰਮ ਕਰਾਉਣ ਲੱਗਿਆ ਪੈਸੇ ਪੂਸੇ ਦੇ ਦੇਣ, ਪਰ ਜਦੋਂ ਹੁਣ ਪਤਾ ਲੱਗ ਗਿਆ ਕਿ ਇਹ ਵਿਅਕਤੀ ਵਿਜੀਲੈਂਸ ਦੇ ਰਡਾਰ ਤੇ ਨਹੀਂ, ਤੇ ਲੋਕੀ ਸ਼ਾਇਦ ਹੁਣ ਇਹਨਾਂ ਨਾਲ ਘੱਟ ਹੀ ਵਾਹ ਪਾਉਣਗੇ। ਇੱਕ ਤਾਂ ਅਕਸ ਤਾਂ ਇਹ ਗੱਲ ਹੈਗੀ। ਬਾਕੀ ਵੀ ਹੁਣ ਪੰਜਾਬ ਸਰਕਾਰ ਦੀ ਗੱਲ, ਪੰਜਾਬ ਸਰਕਾਰ ਨੇ ਹੁਣ ਵੇਖਣਾ ਕਿ ਲਿਸਟ ਜਾਰੀ ਹੋ ਗਈ, ਉਹ ਬੰਦੇ ਕੌਨਸ਼ੀਅਸ ਹੋ ਕੇ ਹੜਤਾਲ ਤੇ ਚਲੇ ਗਏ। ਇਹ ਉਹੋ ਜਿਹਾ ਵਰਤਾਰਾ ਬਣਦਾ ਪਿਆ ਜਿਸ ਤਰੀਕੇ ਨਾਲ ਬੀਤੇ ਦਿਨ 'ਚ ਇੱਕ ਪੀਸੀਐਸ ਅਧਿਕਾਰੀ ਦੇ ਪ੍ਰਤੀ ਕਾਰਵਾਈ ਕਰਨ ਲੱਗਿਆ ਵੀ ਸਮੂਹਕ ਪੀਸੀਐਸ ਅਫਸਰਾਂ ਨੇ ਛੁੱਟੀ ਤੇ ਜਾਣ ਦਾ ਐਲਾਨ ਕੀਤਾ ਸੀ, ਤੇ ਸਰਕਾਰ ਨੇ ਫਿਰ ਇੱਕਦਮ ਕਰੜਾ ਹੋ ਕੇ ਜਿਹਾ ਦਬਕਾ ਮਾਰਿਆ ਤੇ ਦੁਪਹਿਰੇ 2 ਵਜੇ ਤੱਕ ਸਾਰੇ ਜਿਹੜੇ ਅਧਿਕਾਰੀ ਸਨ ਉਹ ਡਿਊਟੀ ਤੇ ਪਰਤ ਆਏ। ਜੇ ਤਾਂ ਭ੍ਰਿਸ਼ਟਾਚਾਰ ਨੂੰ ਖਤਮ ਮਾਨ ਸਾਹਿਬ ਕਰਨਾ, ਫਿਰ ਤਾਂ ਸਰਕਾਰ ਨੂੰ ਸਖਤ ਹੋਣਾ ਪਏਗਾ। ਜਿਸ ਤਰ੍ਹਾਂ ਕਹਿੰਦੇ ਨਾ, ਹੱਟੀ ਨਰਮੀ, ਦਲਾਲੀ ਬੇਸ਼ਰਮੀ ਤੇ ਹਕੂਮਤ ਗਰਮੀ। ਜੇ ਤਾਂ ਵਾਕਈ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ, ਤੇ ਜਿਸ ਤਰੀਕੇ ਨਾਲ ਮੈਂ ਪਹਿਲਾਂ ਕਿਹਾ ਕਿ ਤਹਿਸੀਲਾਂ 'ਚ ਕਿਸ ਪੱਧਰ ਦਾ ਗੰਦ ਪਿਆ ਆ, ਇਹ ਸਾਰੇ ਲੋਕ ਜਾਣਦੇ ਨੇ। ਉਹਨਾਂ ਲੋਕਾਂ ਨੂੰ ਪੁੱਛੋ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਟਵਾਰੀ ਨੂੰ ਉਡੀਕਦੇ ਆ ਤੇ ਪਟਵਾਰੀ ਸਾਹਿਬ ਲੱਭਦੇ ਹੀ ਨਹੀਂ। ਇਹ ਉਹਨਾਂ ਲੋਕਾਂ ਨੂੰ ਜਾ ਕੇ ਪਿੱਛੇ ਤੋਂ ਮਿਲ ਲਓ। ਜੇ ਤਹਿਸੀਲਦਾਰ ਨੂੰ ਮਿਲੋ ਤਾਂ ਤਹਿਸੀਲਦਾਰ ਕਹਿੰਦਾ ਫਿਰ ਕਿਸੇ ਨੂੰ ਹੋਰ ਮਿਲੋ। ਸੋ ਕਾਰਵਾਈ ਸਰਕਾਰ ਨੂੰ ਤਾਂ ਕਰਨੀ ਚਾਹੀਦੀ ਇਹਨਾਂ ਭ੍ਰਿਸ਼ਟ ਅਧਿਕਾਰੀਆਂ ਦੇ ਖਿਲਾਫ ਜਿਨ੍ਹਾਂ ਦੇ ਨਾਮ ਆਏ ਨੇ। ਤੇ ਇਸ ਤੋਂ ਇਲਾਵਾ ਤਾਂ ਜੋ ਇੱਕ ਮਿਸਾਲ ਜਿਹੜੀ ਪੈਦਾ ਹੋ ਸਕੇ। ਤੁਹਾਡਾ ਪ੍ਰਸ਼ਨ ਸੀ ਕਿ ਜਨਤਕ ਕਿਸ ਤਰ੍ਹਾਂ ਆ ਗਈ। ਜਨਤਕ ਜਿਹੜੀਆਂ ਕੁਝ ਲਿਸਟਾਂ ਹੁੰਦੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ, ਕਰਵਾਈਆਂ ਜਾਂਦੀਆਂ ਨੇ, ਹੁੰਦੀਆਂ ਨਹੀਂ। ਇਹ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਕਿ ਇਹ 50 ਬੰਦਿਆਂ ਦੀ ਲਿਸਟ ਕਿਵੇਂ ਹੈ ਕਿ ਇਹ ਜਾਣ ਬੁੱਝ ਕੇ ਲਖਵਿੰਦਰ ਜੀ ਇਹੋ ਜਿਹੀਆਂ ਲਿਸਟਾਂ ਜਿਹੜੀਆਂ ਨੇ ਉਹ ਲੀਕ ਕਰਵਾਈਆਂ ਜਾਂਦੀਆਂ ਨੇ ਤਾਂ ਜੋ ਦੂਜੇ ਪਾਸੇ ਇਹ ਪ੍ਰਭਾਵ ਦਿੱਤਾ ਜਾ ਸਕੇ ਕਿ ਸਰਕਾਰ ਪੂਰਨ ਤੌਰ ਤੇ ਇਹ ਕੰਮ ਜਿਹੜਾ ਕਰਦੀ ਪਈ ਆ। ਤੁਹਾਡੇ ਵਾਲੀ ਗੱਲ, ਸਰਕਾਰ ਨੇ ਜੇ ਗੁਪਤ ਤੌਰ ਤੇ ਵੀ ਕਾਰਵਾਈ ਕਰਦੀ ਹੁੰਦੀ ਤਾਂ ਸਰਕਾਰ ਕਰ ਸਕਦੀ, ਪਰ ਸਰਕਾਰ ਨੇ ਇਹ ਲਿਸਟ ਜਿਹੜੀ ਜਾਣ ਬੁੱਝ ਕੇ ਅਸੀਂ ਕਹਿੰਦੇ ਆ ਲੀਕ ਕਰਵਾਈ ਹੁੰਦੀ ਹੈ ਕਿ ਜਦ ਤੱਕ ਮੈਨੂੰ ਲੱਗਦਾ ਕਿ ਸਰਕਾਰ ਨੇ ਜਾਣ ਬੁੱਝ ਕੇ ਇਹ ਲੀਕ ਕਰਵਾਈ ਤਾਂ ਜੋ ਇੱਕ ਸੁਨੇਹਾ ਉਹਨਾਂ ਬੰਦਿਆਂ ਨੂੰ ਦਿੱਤਾ ਜਾ ਸਕੇ ਜਿਨ੍ਹਾਂ ਦੇ ਨਾਮ ਇਸ ਲਿਸਟ ਵਿੱਚ ਨਹੀਂ ਹਨ। ਸੋ ਕਹਿਣ ਦਾ ਅਰਥ ਆ ਕਿ ਸਰਕਾਰ ਨੇ ਲਿਸਟ ਜਾਰੀ ਹੋਈ, ਲੀਕ ਹੋਈ, ਨਹੀਂ ਹੋਈ, ਉਹ ਇੱਕ ਵੱਖਰਾ ਪ੍ਰਸ਼ਨ ਆ। ਹੁਣ ਪ੍ਰਸ਼ਨ ਇਹ ਆ ਕਿ ਸਰਕਾਰ ਨਾਇਬ ਤਹਿਸੀਲਦਾਰਾਂ ਜਾਂ ਤਹਿਸੀਲਦਾਰਾਂ ਦੇ ਦਬਾਅ ਦੇ ਵਿੱਚ ਆ ਕੇ ਉਹਨਾਂ ਅੱਗੇ ਝੁਕਦੀ ਆ, ਜਾਂ ਦੁਬਾਰਾ ਪੀਸੀਐਸ ਅਫਸਰ ਨੂੰ ਜਿਹਨੂੰ ਦਬਕਾ ਮਾਰਿਆ ਜਿਹੜੇ ਹੜਤਾਲ ਤੇ ਚੱਲੇ ਸੀ, ਜਾਂ ਉਸੇ ਤਰੀਕੇ ਨਾਲ ਕਰੜਾ ਸਟੈਂਡ ਦਿੰਦੀ ਆ। ਹੁਣ ਨਜ਼ਰਾਂ ਇਹਦੇ ਤੇ ਟਿੱਕੀਆਂ ਨੇ। ਰਾਜਜੀਤ ਪੁਲਿਸ ਤੋਂ ਫਰਾਰ ਹੋ ਗਿਆ, ਉਹ ਇੱਕ ਵਿਅਕਤੀ ਸੀ, ਇਹ 50 ਨੇ। ਹੁਣ ਜਿਹੜੇ ਤਰੀਕੇ ਨਾਲ ਦੂਜੇ ਪਾਸੇ ਯੂਨੀਅਨ ਇਹਨਾਂ ਦੇ ਮਗਰ ਆ ਰਹੀ ਆ, ਸਰਕਾਰ ਦਾ ਹੁਣ ਰੁਖ ਵੇਖਣਾ ਹੋਵੇਗਾ ਕਿ ਸਰਕਾਰ ਦਬਾਅ ਚ ਆ ਕੇ ਇਹਨਾਂ ਦੇ ਅੱਗੇ ਝੁਕਦੀ ਆ ਜਾਂ ਕਾਰਵਾਈ ਕਰਦੀ। ਜੀ ਬਿਲਕੁਲ, ਕਾਰਵਾਈ ਕਰੇਗੀ ਤਾਂ ਮੁਲਾਜ਼ਮ ਜਥੇਬੰਦੀ ਇੱਕ ਵਾਰ ਫਿਰ ਸਰਕਾਰ ਦੇ ਆਮੋ ਸਾਹਮਣੇ ਆਉਣਗੀਆਂ। ਤੇ ਦੂਸਰੇ ਪਾਸੇ ਜਿਸ ਤਰੀਕੇ ਨਾਲ ਬੀਜੇਪੀ ਸਵਾਲ ਚੁੱਕ ਰਹੀ ਹੈ ਮਾਨ ਸਰਕਾਰ ਦੀ ਕਾਰਜਸ਼ੈਲੀ ਦੇ ਉੱਪਰ, ਉਹ ਕਹਿ ਰਹੀ ਵੀ ਮਾਨ ਸਰਕਾਰ ਦੀ ਤਾਂ ਕਿਸੇ ਨਾਲ ਬਣਦੀ ਨਹੀਂ। ਗੱਲ ਗਵਰਨਰ ਦੀ ਕਰੀਏ, ਗੱਲ ਮੁਲਾਜ਼ਮਾਂ ਦੀ ਕਰੀਏ, ਗੱਲ ਐਸਜੀਪੀਸੀ ਦੀ ਕਰੀਏ, ਗੱਲ ਕੇਂਦਰ ਸਰਕਾਰ ਦੀ ਕਰੀਏ, ਜਾਂ ਫਿਰ ਵਿਰੋਧੀ ਧਿਰਾਂ ਦਾ ਛੱਡ ਹੀ ਦਿਓ। ਕਹਿੰਦੇ ਮਾਨ ਸਰਕਾਰ ਦੀ ਕਿਸੇ ਨਾਲ ਬਣਦੀ ਹੋ ਨਹੀਂ। ਜੇਕਰ ਮਾਨ ਸਰਕਾਰ ਦੀ ਕਿਸੇ ਨਾਲ ਬਣਦੀ ਹੋ ਨਹੀਂ ਤਾਂ ਕੀ ਪੰਜਾਬ ਦਾ ਭਵਿੱਖ ਸੁਰੱਖਿਅਤ ਹੱਥਾਂ ਦੇ ਵਿੱਚ ਹੈ? ਉਹਨਾਂ ਨੇ ਇਹ ਸਵਾਲ ਚੁੱਕਿਆ ਹੈ ਵੀ ਜਿਸ ਤਰੀਕੇ ਦੇ ਨਾਲ ਮਾਨ ਸਰਕਾਰ ਸਾਰਿਆਂ ਨੂੰ ਹੀ ਆਪਣੇ ਐਂਟੀ ਕਰੀ ਜਾ ਰਹੀ ਹੈ, ਹਰ ਇੱਕ ਮੁੱਦੇ ਦੇ ਉੱਪਰ, ਹਰ ਇੱਕ ਨਿੱਕੀ ਨਿੱਕੀ ਗੱਲ ਦੇ ਉੱਪਰ ਕੇਂਦਰ ਸਰਕਾਰ ਨੂੰ ਅੱਖਾਂ ਦਿਖਾਉਣ ਲੱਗ ਜਾਂਦੀ ਹੈ, ਗਵਰਨਰ ਸਾਹਿਬ ਨੂੰ ਅੱਖਾਂ ਦਿਖਾਉਣ ਲੱਗ ਜਾਂਦੀ ਹੈ, ਮੁਲਾਜ਼ਮਾਂ ਨੂੰ, ਆਪਣੇ ਮੁਲਾਜ਼ਮ ਵਰਗ ਨੂੰ ਵੀ ਅੱਖਾਂ ਦਿਖਾਉਣ ਲੱਗ ਜਾਂਦੀ ਹੈ, ਤੇ ਫਿਰ ਪੰਜਾਬ ਚੱਲੇ ਕਿਵੇਂ? ਇਹ ਬੀਜੇਪੀ ਦਾ ਵੱਡਾ ਸਵਾਲ ਹੈ। ਤੁਸੀਂ ਕਿਵੇਂ ਦੇਖ ਰਹੇ ਹੋ ਕਿ ਬੀਜੇਪੀ ਇੱਥੇ ਸਹੀ ਹੈ? ਮਾਨ ਸਾਹਿਬ ਵੇਖੋ, ਵਿਰੋਧੀ ਪਾਰਟੀਆਂ ਨੇ ਸੱਤਾਧਾਰੀ ਤੇ ਉੱਤੇ ਇਲਜ਼ਾਮ ਜਿਹੜੇ ਲਾਉਣੇ ਹੁੰਦੇ ਆ, ਭਾਵੇਂ ਉਹ ਭਾਜਪਾ ਹੋਵੇ, ਭਾਵੇਂ ਅਕਾਲੀ ਦਲ ਹੋਵੇ, ਤੇ ਭਾਵੇਂ ਕਾਂਗਰਸ ਹੋਵੇ। ਭਾਜਪਾ ਦੇ ਇਹ ਜਿਹੜੇ ਬਿਆਨ ਨੇ, ਆਪਾਂ ਇਹਨਾਂ ਬਿਆਨਾਂ ਨੂੰ ਜੇਕਰ ਅਸੀਂ ਛੱਡ ਵੀ ਦਈਏ, ਅਸੀਂ ਇਹਨਾਂ ਬਿਆਨਾਂ ਦੀ ਚਰਚਾ ਜੇਕਰ ਨਾ ਵੀ ਕਰੀਏ, ਕਿਉਂਕਿ ਭਾਜਪਾ ਨੇ ਬਿਆਨ ਦੇ ਦਿੱਤਾ, ਉਹਨਾਂ ਨੇ ਆਪਣੇ ਸਿਨੈਰੀਓ ਦੇ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭੂਮਿਕਾ ਨੂੰ ਦੇਖਿਆ। ਪਰ ਜੇਕਰ ਅਸੀਂ ਨਿਰਪੱਖ ਤੌਰ ਤੇ ਗੱਲ ਕਰੀਏ ਤਾਂ ਲਖਵਿੰਦਰ ਜੀ ਬੀਤੇ ਦੌਰ ਦੇ ਵਿੱਚ ਖਾਸ ਤੌਰ ਤੇ ਰਾਜਪਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਚਕਾਰ ਜਿਹੜਾ ਵਾਦ-ਵਿਵਾਦ ਬੀਤੇ ਸਮੇਂ ਤੋਂ ਚੱਲਦਾ ਪਿਆ ਜੀ, ਔਰ ਜਿਸ ਤਰੀਕੇ ਨਾਲ ਕੱਲ ਬਨਵਾਰੀ ਲਾਲ ਪ੍ਰੋਹਤ ਹੋਣੀ ਜਿਹੜੇ ਪੰਜਾਬ ਦੇ ਗਵਰਨਰ ਨੇ, ਉਹਨਾਂ ਨੇ ਲਾਈਵ ਪ੍ਰੈਸ ਕਾਨਫਰੰਸ ਜਿਹੜੀ ਕੀਤੀ, ਲਖਵਿੰਦਰ ਜੀ ਇਹ ਕਿਸੇ ਵੀ ਸੂਰਤ ਵਿੱਚ ਪੰਜਾਬ ਵਾਸਤੇ ਠੀਕ ਜਿਹੜਾ ਉਹ ਨਹੀਂ ਹੈਗਾ ਜੀ। ਮੁੱਖ ਮੰਤਰੀ ਤੇ ਦੂਜੇ ਪਾਸੇ ਰਾਜਪਾਲ ਵਿਚਕਾਰ ਜਿਹੜੀ ਤਣਾਤਣੀ ਇੱਥੋਂ ਤੱਕ ਪਹੁੰਚ ਗਈ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੇ, ਰਾਜਪਾਲ ਸਾਹਿਬ ਨੇ ਇਹ ਗੱਲ ਕਹੀ ਕਿ ਹਾਂ ਭਈ ਵਿਧਾਨ ਸਭਾ ਤੋਂ ਬਾਹਰ ਆਣ ਕੇ ਮੇਰੇ ਖਿਲਾਫ ਇਹ ਸ਼ਬਦਾਵਲੀ ਬੋਲਣ ਤਾਂ ਫਿਰ ਮੈਂ ਦੱਸਾਂਗਾ ਮੈਂ ਕੀ ਕਰਾਂਗਾ, ਮੈਂ ਫਿਰ ਆਪਣੀ ਤਾਕਤ ਦੀ ਵਰਤੋਂ ਕਰਾਂਗਾ। ਦੂਸਰੇ ਪਾਸੇ ਜਿਸ ਤਰੀਕੇ ਨਾਲ ਉਹਨਾਂ ਨੇ ਗੱਲਾਂ ਆਪਣੀਆਂ ਭੂਮਿਕਾ ਦੀ ਗੱਲ ਕੀਤੀ,
ਕਿ ਇਹ ਜਵਾਬ ਨਹੀਂ ਦਿੰਦੇ। ਮੇਰਾ ਸੰਵਿਧਾਨਕ ਹੱਕ ਆ ਕਿ ਇਹਨਾਂ ਨੂੰ ਸਵਾਲ ਕਰਦੇ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਮੈਂ ਹੈਲੀਕਾਪਟਰ ਦੀ ਵਰਤੋਂ ਜਿਹੜੀ ਉਹ ਨਹੀਂ ਕਰਾਂਗਾ। ਔਰ ਦੂਜੇ ਪਾਸੇ ਸਭ ਤੋਂ ਜ਼ਿਆਦਾ ਇਤਰਾਜ਼ ਭਗਵੰਤ ਮਾਨ ਦੀ ਉਸ ਗੱਲ ਤੇ ਕੀਤਾ ਕਿ ਜਿਹੜਾ ਉਹਨਾਂ ਦੀ ਨਿੱਜੀ ਸ਼ਬਦਾਵਲੀ ਲਵ ਲੈਟਰ ਐਰਾ ਵਗੈਰਾ ਸ਼ਬਦਾਂ ਦੇ ਸੰਬੰਧ ਚ ਕੀਤਾ। ਲਖਵਿੰਦਰ ਜੀ, ਦੋ ਚੀਜ਼ਾਂ ਨੇ। ਮੁੱਖ ਮੰਤਰੀ ਦਾ ਉਹਦਾ ਬੜਾ ਮਾਨ ਮਰਿਆਦਾ ਵਾਲਾ ਔਰ ਬੜਾ ਸ਼ਾਨ ਸ਼ੌਕਤ ਵਾਲਾ ਹੁੰਦਾ ਤੇ ਸ਼ਾਂਤਮਈ ਹੁੰਦਾ। ਤੁਸੀਂ ਕਦੇ ਵੀ ਆਪਣੇ ਵਿਰੋਧੀਆਂ ਦੇ ਭੜਕਾਉਣ ਦੇ ਉੱਤੇ ਤੁਸੀਂ ਭੜਕਾਹਟ ਵਿੱਚ ਨਹੀਂ ਆਉਣਾ ਹੁੰਦਾ। ਤੁਸੀਂ ਕਦੇ ਵੀ ਜਵਾਬ ਤਲਬੀ ਜਿਹੜੀ ਆ ਆਪਣੇ ਪੱਧਰ ਤੇ ਨਹੀਂ ਕਰਨੀ, ਨਹੀਂ ਦੇਣੀ। ਬੀਤੇ ਦੌਰ ਦੀ ਜੇਕਰ ਮੈਂ ਗੱਲ ਕਰਾਂ ਤਾਂ ਇਸ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਬੜੀਆਂ ਬੜੀਆਂ ਨਾਮਵਰ ਸ਼ਖਸੀਅਤਾਂ ਜਿਹੜੀਆਂ ਆਉਂਦੀਆਂ ਰਹੀਆਂ ਨੇ ਔਰ ਉਹਨਾਂ ਦਾ ਇੱਕ ਗਲੈਮਰ ਜਿਹੜਾ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੋਣੀ ਹੋਣ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣੀ ਹੋਣ, ਚਰਨਜੀਤ ਸਿੰਘ ਚੰਨੀ ਦੀ ਗੱਲ ਨਹੀਂ ਮੈਂ ਕਰਦਾ, ਜਾਂ ਉਸ ਤੋਂ ਇਲਾਵਾ ਹੋਰ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਟਲ, ਚਰਨ ਸਿੰਘ ਬਰਾੜ ਹੋਣ, ਬੇਅੰਤ ਸਿੰਘ ਹੋਣੀ, ਸਰਜੀਤ ਸਿੰਘ ਬਰਨਾਲਾ ਹੋਵੇ, ਉਸ ਤੋਂ ਪਹਿਲਾਂ ਗਿਆਨੀ ਜੈਲ ਸਿੰਘ, ਬੜਾ ਇੱਕ ਨਾਮ ਜਿਹੜਾ ਇਸ ਮਰਿਆਦਾ, ਇਸ ਕੁਰਸੀ ਦੇ ਨਾਲ ਉਹਨਾਂ ਦਾ ਰਿਹਾ। ਠੀਕ ਆ, ਸਾਡੇ ਜਨਮ ਤੋਂ ਕੁਝ ਇਹਨਾਂ ਦੇ ਵੀ ਹੋਣਗੇ, ਪਰ ਜਿੰਨਾ ਕੁ ਮੈਂ ਦੇਖਿਆ ਪ੍ਰਕਾਸ਼ ਸਿੰਘ, ਸਰਜੀਤ ਸਿੰਘ ਬਰਨਾਲੇ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੱਕ ਹਰ ਇੱਕ ਨੇ ਇਸ ਮਰਿਆਦਾ ਤੇ ਬਹੁਤ ਘੱਟ ਬੋਲ ਕੇ ਰਾਜਪਾਲ ਦੇ ਨਾਲ ਆਡਾ ਜਿਹੜਾ ਲਾਇਆ ਹੋਊਗਾ। ਕਦੇ ਇਹੋ ਜਿਹਾ ਵਰਤਾਰਾ ਕਦੀ ਨਜ਼ਰ ਨਹੀਂ ਆਇਆ। ਪਰ ਜਦੋਂ ਦੀ ਮਾਨ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਜਿਸ ਤਰੀਕੇ ਨਾਲ ਰਾਜਪਾਲ ਨਾਲ ਜਾਣ ਬੁੱਝ ਕੇ, ਆਪਾਂ ਕਹਿ ਸਕਦੇ ਕਿ ਕਥਿਤ ਤੌਰ ਤੇ ਜਾਂ ਲੋਕਾਂ ਦੇ ਕਹਿਣ ਅਨੁਸਾਰ, ਜਾਂ ਅਸੀਂ ਵੀ ਵੇਖੀਏ ਕਿ ਜਾਣ ਬੁੱਝ ਕੇ ਜਿਹੜੀਆਂ ਸਥਿਤੀਆਂ ਰਾਜਪਾਲ ਨਾਲ ਆਡਾ ਲਾਉਣ ਵਾਲੀਆਂ ਨੇ, ਉਹ ਕਿਸੇ ਵੀ ਸੂਰਤ ਵਿੱਚ ਪੰਜਾਬ ਦਾ ਭਲਾ ਕਰਦੀਆਂ ਨਜ਼ਰ ਨਹੀਂ ਆਉਂਦੀਆਂ। ਜਾਂ ਤਾਂ ਇਹ ਸਭ ਕੁਝ ਜਾਣ ਬੁੱਝ ਕੇ ਕੀਤਾ ਜਾ ਰਿਹਾ ਕਿ ਤਾਂ ਜੋ ਰਾਜਪਾਲ ਸਾਹਿਬ ਮੁੱਖ ਮੰਤਰੀ ਖਿਲਾਫ ਜਾਂ ਪੰਜਾਬ ਸਰਕਾਰ ਦੇ ਖਿਲਾਫ ਕੋਈ ਕਾਰਵਾਈ ਕਰਨ ਵਾਲੀ ਕੇਂਦਰ ਸਰਕਾਰ ਨੂੰ ਸਿਫਾਰਿਸ਼ ਕਰਨ ਤੇ ਕੇਂਦਰ ਸਰਕਾਰ ਗਵਰਨਰ ਦੀ ਸਿਫਾਰਿਸ਼ ਤੇ ਕਾਰਵਾਈ ਕਰੇ, ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਆਪ ਨੂੰ ਜਿੰਦਾ ਸ਼ਹੀਦ ਹੋਣ ਵਾਸਤੇ ਤਿਆਰ ਹੋ ਜਾਵੇ। ਜਾਂ ਤਾਂ ਇਹ ਲੱਗਦਾ ਵਰਤਾਰਾ, ਤੇ ਜਾਂ ਫਿਰ ਇਹ ਗੱਲ ਆ ਕਿ ਅੰਦਰੋਂ ਕੁਝ ਸਮਝੌਤੇ ਜਿਹੜੇ ਹੋ ਚੁੱਕੇ ਨੇ, ਇਹ ਲੋਕਾਂ ਨੂੰ ਵਿਖਾਉਣ ਨੂੰ ਹੀ ਰਾਜਪਾਲ ਤੇ ਮੁੱਖ ਮੰਤਰੀ ਵਿਚਕਾਰ ਜਿਹੜੀ ਆਪਸੀ ਗੱਲਬਾਤ, ਜਿਹੜੀ ਟਕਰਾਓ ਦਿਖਾਇਆ ਜਾ ਰਿਹਾ। ਕਹਾਣੀ ਕੁਝ ਵੀ ਕਹੀ ਜਾ ਸਕਦੀ ਹੈ। ਇਹ ਤਾਂ ਇੱਕ ਪੱਖ ਹੋ ਗਿਆ। ਬਾਕੀ ਟਕਰਾਓ ਜੇਕਰ ਦੂਜੇ ਪਾਸੇ ਉਹ ਵਿਰੋਧੀ ਪਾਰਟੀਆਂ ਦੇ ਨਾਲ ਵੀ ਜਿਸ ਤਰੀਕੇ ਨਾਲ ਉਹਨਾਂ ਦਾ ਸਵਾਲ ਜਵਾਬ ਹੁੰਦਾ, ਤੇ ਦੂਜੇ ਪਾਸੇ ਵਿਰੋਧੀ ਧਿਰ ਵੀ ਜਿਸ ਤਰੀਕੇ ਨਾਲ ਉਹਨਾਂ ਤੇ ਨਿੱਜੀ ਹਮਲੇ ਕਰਦੀ ਹੈ, ਉੱਥੇ ਤਾਂ ਫਿਰ ਉਹੀ ਕੁਝ ਹੋਣਾ ਜੋ ਕੁਝ ਤੁਸੀਂ ਉਹਨਾਂ ਕੋਲ ਦਓਗੇ ਜਾਂ ਅੱਗੋਂ ਆਊਗਾ ਤਾਂ ਉਸੇ ਤਰੀਕੇ ਨਾਲ ਜਵਾਬ ਆਊਗਾ। ਬਾਕੀ ਰਹੀ ਐਸਜੀਪੀਸੀ ਦੇ ਸੰਬੰਧ ਵਿੱਚ ਗੱਲ, ਇਹ ਹੈਗੀ ਕਿ ਜਦੋਂ ਸੱਤਾਧਾਰੀ ਧਿਰ ਕਿਸੇ ਵੀ ਸੰਦਰਭ 'ਚ ਕੋਈ ਫੈਸਲਾ ਕਰਦੀ ਹੈ ਤਾਂ ਵਿਰੋਧੀ ਧਿਰ ਨੇ ਉਸ ਦਾ ਵਿਰੋਧ ਕਰਨਾ ਹੀ ਕਰਨਾ ਹੁੰਦਾ। ਮੈਂ ਵਿਰੋਧੀ ਪਾਰਟੀਆਂ ਦੀਆਂ ਗੱਲਾਂ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੰਦਾ ਤੇ ਨਾ ਹੀ ਉਹਨਾਂ ਨੂੰ ਦੇਣੀ ਚਾਹੀਦੀ, ਕਿਉਂਕਿ ਇਹ ਵਾਦ ਵਿਵਾਦ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਵਿੱਚ ਹਮੇਸ਼ਾ ਇਹਦਾ ਚੱਲਣਾ ਹੀ ਚੱਲਣਾ। ਪਰ ਹਾਂ, ਗਵਰਨਰ ਤੇ ਮੁੱਖ ਮੰਤਰੀ ਵਿਚਕਾਰ ਇਹ ਜਿਹੜਾ ਵਾਦ ਵਿਵਾਦ ਆ, ਪੰਜਾਬ ਦੇ ਵਾਸਤੇ ਕਿਸੇ ਵੀ ਸੂਰਤ ਵਿੱਚ ਠੀਕ ਨਹੀਂ ਆ। ਪੰਜਾਬ ਨੂੰ ਇਸ ਦਾ ਨੁਕਸਾਨ ਹੀ ਨੁਕਸਾਨ ਆ। ਸੋ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਮਰਿਆਦਾ 'ਚ ਰਹਿ ਕੇ ਬਨਵਾਰੀ ਲਾਲ ਪੁਰੋਹਿਤ ਨੇ ਜਿਹੜੇ ਪੰਜਾਬ ਦੇ ਰਾਜਪਾਲ ਆ, ਉਹਨਾਂ ਦੀ ਮਰਿਆਦਾ ਕਿੱਥੋਂ ਤੱਕ ਆ, ਉੱਥੋਂ ਤੱਕ ਉਹਨਾਂ ਦੀ ਮਰਿਆਦਾ ਦੀ ਰੱਖਿਆ ਜਿਹੜੀ ਹੈ ਜ਼ਰੂਰ ਹੋਣੀ ਚਾਹੀਦੀ ਹੈ, ਨਾ ਕਿ ਨਿੱਜੀ ਕੀੜਾ ਕੱਢਣ ਵਾਸਤੇ ਹੀ ਆਪਾਂ ਬਿਨਾਂ ਗੱਲ ਤੋਂ ਵਾਦ ਵਿਵਾਦ ਪੈਦਾ ਕਰੀਏ। ਜੀ, ਤੇ ਦੂਸਰੇ ਪਾਸੇ ਵਫਦ ਦੀ ਗੱਲ ਕਰੀਏ ਕਿ ਐਸਜੀਪੀ ਦਾ ਵਫਦ ਹੈ, ਤੇ ਮੈਂ ਸੰਖੇਪ ਚਾਹਾਂਗਾ ਤੁਸੀਂ ਜਵਾਬ ਦਿਓ ਵੀ ਜਿਹੜਾ ਐਸਜੀਪੀ ਦਾ ਵਫਦ ਅੱਜ ਮਿਲ ਰਿਹਾ ਹੈਗਾ ਰਾਜਪਾਲ ਜੀ ਨੂੰ, ਗੁਰਦੁਆਰਾ ਜੋ ਐਕਟ ਦੇ ਵਿੱਚ ਸੋਧ ਹੋਈ ਹੈ ਉਸ ਨੂੰ ਲੈ ਕੇ, ਉਸ ਦੇ ਵਿੱਚ ਐਸਜੀਪੀਸੀ ਕੀ ਰਿਲਾਈਜ਼ ਕਰਾ ਪਾਏਗਾ ਗਵਰਨਰ ਸਾਹਿਬ ਨੂੰ? ਕੀ ਗਵਰਨਰ ਸਾਹਿਬ ਇਸ ਮਾਮਲੇ ਵਿੱਚ ਕੋਈ ਐਸਜੀਪੀਸੀ ਦੀ ਮਦਦ ਕਰਦੇ ਨਜ਼ਰ ਆ ਸਕਦੇ ਨੇ, ਜਾਂ ਫਿਰ ਮਾਮਲਾ ਸਾਰਾ ਕਾਨੂੰਨ ਦੇ ਦਾਇਰਿਆਂ ਦੇ ਵਿੱਚ ਹੀ ਰਹਿ ਕੇ ਹੋਣ ਵਾਲਾ? ਦੇਖੋ, ਜਿਸ ਤਰੀਕੇ ਨਾਲ ਬਿੱਲ ਮਤਾ ਪਾਸ ਕੀਤਾ ਗਿਆ ਵਿਧਾਨ ਸਭਾ 'ਚ, ਤਾਂ ਉਹ ਹੁਣ ਮਤਾ ਗਵਰਨਰ ਸਾਹਿਬ ਕੋਲ ਹੈ। ਤਾਂ ਗਵਰਨਰ ਸਾਹਿਬ ਨੇ ਕੱਲ੍ਹ ਵੀ ਗੱਲ ਕੀਤੀ ਸੀ ਕਿ ਮੈਂ ਇਹ ਵੇਖਾਂਗਾ ਕਿ ਜੇਕਰ ਇਹ ਸੰਵਿਧਾਨਕ ਤੌਰ ਤੇ ਠੀਕ ਹੋਇਆ ਤਾਂ ਹੀ ਮੈਂ ਇਸ ਨੂੰ ਪਾਸ ਕਰਨ ਦੀ ਸਿਫਾਰਿਸ਼ ਕਰਾਂਗਾ, ਨਹੀਂ ਤੇ ਮੈਂ ਵਾਪਸ ਭੇਜ ਦਾਂਗਾ। ਤੇ ਕੱਲ੍ਹ ਦੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਬਾਲ ਜਿਹੜਾ ਹੁਣ ਉਹ ਗਵਰਨਰ ਸਾਹਿਬ ਦੀ ਰੀਚ ਹੈ। ਤਾਂ ਇਸੇ ਹੀ ਕਰਕੇ ਐਸਜੀਪੀਸੀ ਦਾ ਵਫਦ ਜਿਹੜਾ ਅੱਜ ਉਹ ਮਿਲਣ ਜਾ ਰਿਹਾ, ਵਫਦ ਕੋਈ ਵੀ ਗਵਰਨਰ ਸਾਹਿਬ ਨੂੰ ਮਿਲ ਸਕਦਾ। ਹੁਣ ਇੱਥੇ ਜੋ ਐਸਜੀਪੀਸੀ ਵੱਲੋਂ ਮੰਗ ਕੀਤੀ ਜਾਣੀ ਉਹ ਤਾਂ ਸਾਰਿਆਂ ਨੂੰ ਪਤਾ, ਪਰ ਗੱਲ ਹੁਣ ਇੱਥੇ ਸੰਵਿਧਾਨਕ ਦਾਇਰੇ ਨਹੀਂ ਆ। ਸੰਵਿਧਾਨਕ ਧਿਰ ਵਿੱਚ, ਸੰਵਿਧਾਨਕ ਦਾਇਰਿਆਂ ਵਿੱਚ ਰਹਿ ਕੇ ਜਿਸ ਤਰੀਕੇ ਨਾਲ ਮਤਾ ਉਹ ਪਾਸ ਕੀਤਾ ਗਿਆ ਤੇ ਗਵਰਨਰ ਸਾਹਿਬ ਨੂੰ ਪਾਸ ਕਰਨ ਵਾਸਤੇ ਭੇਜਿਆ ਗਿਆ, ਹੁਣ ਉੱਥੇ ਕਿਸੇ ਵਫਦ ਨੂੰ ਮਿਲਣ ਜਾਂ ਵਫਦ ਦੀ ਸਿਫਾਰਿਸ਼ ਕਰਨ ਦੀਆਂ ਗੱਲਾਂ ਨਹੀਂ ਰਹਿ ਜਾਂਦੀਆਂ, ਬਲਕਿ ਸੰਵਿਧਾਨਕ ਤੌਰ ਤੇ ਗਵਰਨਰ ਸਾਹਿਬ ਨੇ ਵੇਖਣਾ ਕਿ ਸੰਵਿਧਾਨਕ ਤੌਰ ਤੇ ਇਹ ਮਤਾ ਠੀਕ ਹੈ, ਪਾਸ ਕਰਨ ਯੋਗ ਹੈ, ਜਾਂ ਇਸ ਨੂੰ ਵਾਪਸ ਭੇਜਣਾ। ਜੀ 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 ਬਿਲਕੁਲ ਜੀ, ਬਿਲਕੁਲ। ਲੇਕਿਨ ਅੱਜ ਕੁਝ ਵੀ ਹੋਵੇ, ਜਾਂ ਫਿਰ ਆਪਾਂ ਕਹੀਏ ਕਿ ਇੱਕ ਤਰ੍ਹਾਂ ਦਾ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਹੈ ਕਿ ਗਵਰਨਰ ਸਾਹਿਬ ਦੇ ਉੱਪਰ ਜਿਸ ਤਰੀਕੇ ਨਾਲ ਵਫਦ ਮਿਲਣ ਵਾਸਤੇ ਜਾ ਰਿਹਾ। ਲੇਕਿਨ ਦੂਸਰੇ ਪਾਸੇ ਜਿਵੇਂ ਤੁਸੀਂ ਦੱਸਿਆ, ਕੱਲ੍ਹ ਹੀ ਗਵਰਨਰ ਸਾਹਿਬ ਸਭ ਕੁਝ ਕਲੀਅਰ ਕਰ ਚੁੱਕੇ ਨੇ, ਸੰਵਿਧਾਨ ਦੇ ਅਨੁਸਾਰ ਹੀ ਸਭ ਕੁਝ ਹੋਵੇਗਾ। ਸੋ ਇਹ ਗੱਲ ਪਹਿਲਾਂ ਹੀ ਗਵਰਨਰ ਸਾਹਿਬ ਕਹਿ ਚੁੱਕੇ ਨੇ। ਸੋਹਣਕੀ ਸਾਹਿਬ, ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਲਖਵਿੰਦਰ ਜੀ।
ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਵੱਲੋਂ ਅੱਜ ਦੀਆਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ। ਚਰਚਾ ਕਿਵੇਂ ਲਈ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।